ਦੋ ਬਾਦਸ਼ਾਹ ਸਨ ਤੇ ਉਹਨਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਤੇ ਮੁਹੱਬਤ ਸੀ। ਦੋਵਾਂ ਦਾ ਇੱਕ ਦੂਸਰੇ ਕੋਲ ਆਣਾ ਜਾਣਾ ਵੀ ਸੀ। ਇੱਕ ਬਾਦਸ਼ਾਹ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਤੇ ਉਹਨੇ ਆਪਣੇ ਦੋਸਤ ਦੂਸਰੇ ਬਾਦਸ਼ਾਹ ਨੂੰ ਮਦਊ ਕੀਤਾ। ਉਹ ਦੂਸਰਾ ਬਾਦਸ਼ਾਹ ਬੜੀ ਤਿਆਰੀ ਦੇ ਨਾਲ ਉਸ ਸ਼ਾਦੀ ਦੇ ਵਿੱਚ ਸ਼ਿਰਕਤ ਵਾਸਤੇ ਆਇਆ। ਜਦੋਂ ਸ਼ਾਦੀ ਦੀ ਤਕਰੀਬ ਸ਼ੁਰੂ ਸੀ ਤੇ ਉਹਨੇ ਬੇਟੀ ਨੂੰ 100 ਘੋੜਾ ਇਨਾਮ ਦਾ ਦਿੱਤਾ, ਜਿਹੜਾ ਅਸੀਂ ਨਿਮਦਰਾ ਭਾਜੀ ਦਿੰਨੇ ਇੱਕ ਦੂਸਰੇ ਨੂੰ, ਉਹਦੇ ਵਿੱਚ ਉਹਨੇ ਉਹ 100 ਘੋੜਾ ਦੇ ਦਿੱਤਾ। ਜਦੋਂ ਉਹ ਬਾਦਸ਼ਾਹ ਜਾਣ ਲੱਗਾ ਵਾਪਸ, ਇਹ ਜਿਹੜਾ ਬੇਟੀ ਦਾ ਵਾਲਿਦ ਸੀ, ਇਸ ਨੇ ਉਹਨੂੰ ਕਿਹਾ ਵੀ ਮੇਰੇ ਭਾਈ, ਅਗਰ ਤੈਨੂੰ ਕਿਸੇ ਕੰਮ ਦੀ ਕਦੀ ਜ਼ਰੂਰਤ ਹੋਵੇ ਤੇ ਮੇਰੇ ਨਾਲ ਰਾਬਤਾ ਕਰਨਾ ਹੈ, ਮੈਨੂੰ ਦੱਸਣਾ ਹੈ। ਜਿੰਨੇ ਜੋਗਾ ਮੈਂ ਹੋਇਆ ਤੇ ਮੈਂ ਇਨਸ਼ਾਅੱਲਾ ਤੇਰੇ ਕੰਮ ਆਵਾਂਗਾ। ਦਿਨ ਬਦਲਣ ਲੱਗਿਆ ਕੋਈ ਪਤਾ ਨਹੀਂ ਲੱਗਦਾ, ਉਤਾਰ ਚੜਾਓ ਅੱਲਾ ਦੇ ਕੋਲ ਏ। ਉਹ ਜਿਹੜਾ ਬਾਦਸ਼ਾਹ ਸੀ ਜਿਹਨੇ 100 ਘੋੜਾ ਇਨਾਮ ਦਿੱਤਾ ਸੀ, ਉਹ ਐਸਾ ਐਸਾ ਜਿਹੜਾ ਉਹਦੇ ਹਾਲਾਤ ਵੀ ਘੁੰਮਣੇ ਸ਼ੁਰੂ ਹੋ ਗਏ। ਸਲਤਨਤ ਦਾ ਜਿਹੜਾ ਦਾਰੋਮਦਾਰ ਸੀ ਸਾਰਾ ਤਬਾਹ ਹੋਣਾ ਸ਼ੁਰੂ ਹੋ ਗਿਆ। ਇੱਕ ਵਕਤ ਉਹ ਆਇਆ, ਨਾ ਬਾਦਸ਼ਾਹੀ ਰਹੀ ਤੇ ਨਾ ਉਹ ਰਿਆਈ ਰਹੀ, ਨਾ ਉਹ ਟੋ ਟੱਪਾ ਰਿਹਾ ਤੇ ਉਹ ਗਰੀਬ ਹੋ ਗਿਆ। ਇੱਕ ਦਿਨ ਦੋਵੇਂ ਜੀ ਬੈਠੇ ਨੇ ਤੇ ਆਪਸ ਦੇ ਵਿੱਚ ਮਸ਼ਵਰਾ ਕਰਦੇ ਨੇ ਪਏ ਵੀ ਆਪਣੇ ਹਾਲਾਤ ਬੜੇ ਤੰਗ ਹੋ ਗਏ ਨੇ। ਤੇ ਉਹ ਜਿਹੜਾ ਤੁਹਾਡਾ ਦੋਸਤ ਬਾਦਸ਼ਾਹ ਸੀ, ਉਸਨੇ ਕਿਹਾ ਸੀ ਵੀ ਜਦੋਂ ਤੁਹਾਨੂੰ ਕੋਈ ਕੰਮ ਪਵੇ ਤੇ ਮੈਨੂੰ ਦੱਸਣਾ ਤੇ ਆਪਾਂ ਉਹਦੇ ਕੋਲ ਚੱਲੀਏ। ਬੀਵੀ ਨੇ ਜਦੋਂ ਇਹ ਮਸ਼ਵਰਾ ਆਪਣੇ ਖਾਮਦ ਨੂੰ ਦਿੱਤਾ ਤੇ ਉਹ ਵੀ ਬਾਦਸ਼ਾਹ ਸੀ, ਉਸਨੇ ਕਿਹਾ ਵੀ ਮੈਂ ਉੱਥੇ ਜਾਣ ਤੋਂ ਸ਼ਰਮਾਨਾ, ਮੈਂ ਕਿਹੜੇ ਮੂੰਹ ਨਾਲ ਜਾ ਕੇ ਆਪਣੇ ਦੋਸਤ ਨੂੰ ਦੱਸਾਂਗਾ ਵੀ ਮੈਂ ਗਰੀਬ ਹੋ ਗਿਆ। ਬੀਵੀ ਨੇ ਕਿਹਾ ਵੀ ਇਹਦੇ ਵਿੱਚ ਕੋਈ ਐਬ ਨਹੀਂ ਹੈਗਾ, ਸਾਨੂੰ ਚਾਹੀਦਾ ਵੀ ਆਪਣੀ ਤੰਗੀ ਤਕਲੀਫ ਜਿਹੜੀ ਏ ਉਹ ਜਿਹੜਾ ਤੁਹਾਡਾ ਦੋਸਤ ਬਾਦਸ਼ਾਹ ਹੈ ਉਹਦੇ ਨਾਲ ਜਾ ਕੇ ਸ਼ੇਅਰ ਕਰੀਏ। ਬਾਦਸ਼ਾਹ ਮੰਨ ਗਿਆ। ਉਹ ਦੋਨੋਂ ਜਿਹੜੇ ਨੇ ਉਹਨਾਂ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਜਦੋਂ ਆਪਣੇ ਦੋਸਤ ਦੀ ਬਾਦਸ਼ਾਹੀ ਦੇ ਵਿੱਚ ਜਾ ਕੇ ਉਤਰੇ ਤੇ ਉਹਨਾਂ ਸੋਚਿਆ ਵੀ ਚਲੋ ਇੱਥੇ ਕਿਸੇ ਬੰਦੇ ਨੂੰ ਰਸਤਾ ਪੁੱਛਨੇ ਆ। ਗੋ ਰਸਤਾ ਉਸ ਬਾਦਸ਼ਾਹ ਨੂੰ ਮਾਲੂਮ ਹੀ ਸੀ। ਉਹਨੇ ਇੱਕ ਬੰਦੇ ਨੂੰ ਬੁਲਾਇਆ ਤੇ ਉਹਨੂੰ ਕਿਹਾ ਵੀ ਅਸੀਂ ਜਿਹੜਾ ਦਰਬਾਰ ਦੇ ਵਿੱਚ ਜਾਣਾ ਹੈ ਤੇ ਕਿਹੜਾ ਰਸਤਾ ਸਾਨੂੰ ਇਖਤਿਆਰ ਕਰਨਾ ਚਾਹੀਦਾ। ਉਸਨੇ ਕਿਹਾ ਮੈਨੂੰ ਕਿਸੇ ਰਸਤੇ ਦਾ ਨਹੀਂ ਪਤਾ, ਤੇ ਅਗਰ ਮੈਨੂੰ ਪਤਾ ਵੀ ਹੋਵੇ ਤੇ ਮੈਂ ਤੁਹਾਨੂੰ ਦੱਸਣਾ ਨਹੀਂ ਦਾ। ਉਹ ਇਹ ਗੱਲ ਕਰਕੇ ਤੇ ਅੱਗੇ ਵੱਧ ਗਿਆ। ਬਾਦਸ਼ਾਹ ਤੇ ਉਸਦੀ ਬੀਵੀ ਜਿਹੜੇ ਸੀ, ਉਹਨਾਂ ਇਹ ਸੋਚਿਆ ਵੀ ਜਦੋਂ ਹਾਲਾਤ ਅੱਲਾ ਦੀ ਤਰਫੋਂ ਮਾੜੇ ਹੋਣ ਤੇ ਕੋਈ ਗੱਲ ਨਹੀਂ ਸੁਣਦਾ, ਕੋਈ ਅਜ਼ੀਜ਼ੋ ਘਰ ਵੀ ਜਿਹੜਾ ਹੈ ਉਹ ਵੀ ਆਣ ਕੇ ਤੇ ਉਹਦੇ ਨਾਲ ਕੋਈ ਦੁੱਖ ਸੁੱਖ ਸ਼ੇਅਰ ਨਹੀਂ ਕਰਦਾ। ਹਾਲਾਤ ਜਦੋਂ ਅੱਛੇ ਹੋਣ ਤੇ ਫਿਰ ਦੋਸਤ ਵੀ ਬਣ ਜਾਂਦੇ ਨੇ, ਰਿਸ਼ਤਾਦਾਰ ਵੀ ਬਣ ਜਾਂਦੇ ਨੇ। ਉਹ ਚਲਦਿਆਂ ਚਲਦਿਆਂ ਆਪਣੇ ਦੋਸਤ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਤੇ ਦਰਬਾਨ ਦਰਵਾਜ਼ੇ ਦੇ ਅੱਗੇ ਖੜਾ। ਉਹਨੂੰ ਜਾ ਕੇ ਦੱਸਿਆ ਵੀ ਮੇਰਾ ਇਹ ਨਾਂ ਹੈ ਤੇ ਜਾ ਕੇ ਬਾਦਸ਼ਾਹ ਨੂੰ ਦੱਸੋ ਵੀ ਉਹ ਬਾਹਰ ਨਾ ਤੁਹਾਡੇ ਦੋਸਤ ਆਏ। ਜਦੋਂ ਦਰਬਾਰ ਨੇ ਜਾ ਕੇ ਦੱਸਿਆ ਤੇ ਬਾਦਸ਼ਾਹ ਨੇ ਕਿਹਾ ਵੀ ਉਹ ਬਿਲਕੁਲ ਮੇਰਾ ਦੋਸਤ ਏ, ਉਹਨਾਂ ਨੂੰ ਸ਼ਾਹੀ ਮਹਿਮਾਨ ਖਾਨੇ ਦੇ ਵਿੱਚ ਬਿਠਾਓ, ਉਹਨਾਂ ਨੂੰ ਖਾਣਾ ਖਿਲਾਓ ਤੇ ਉਹਨਾਂ ਦੀ ਖਿਦਮਤ ਇੰਨੀ ਕਰੋ ਜਿੰਨੀ ਤੁਹਾਡੇ ਵਿੱਚ ਤਾਕਤ। ਉਹ ਦਰਬਾਰ ਨੇ ਆਣ ਕੇ ਤੇ ਇਸ ਤਰ੍ਹਾਂ ਹੀ ਕੀਤਾ। ਸ਼ਾਹੀ ਮਹਿਮਾਨ ਖਾਨੇ ਦੇ ਵਿੱਚ ਉਹਨਾਂ ਦੀ ਤਵਾਜ਼ੀ ਕੀਤੀ ਗਈ। ਇੰਨੀ ਦੇਰ ਦੇ ਵਿੱਚ ਉਹ ਬਾਦਸ਼ਾਹ ਸਲਾਮਤ ਵੀ ਜਿਹੜੇ ਨੇ ਉਹ ਵੀ ਆ ਗਏ ਤੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਖੈਰ ਮੇਰ ਪੁੱਛੀ। ਉਹਨਾਂ ਨੇ ਦੱਸਿਆ ਵੀ ਹਾਲਾਤ ਜਿਹੜੇ ਨੇ ਅਚਾਨਕ ਗਿਰ ਗਏ ਨੇ ਤੇ ਕਾਫੀ ਜ਼ਿੰਦਗੀ ਜਿਹੜੀ ਏ ਉਹ ਮੁਸ਼ਕਲ ਦੇ ਵਿੱਚ ਬਸਰ ਕਰ ਰਹੇ ਤੇ ਤੁਸੀਂ ਅਗਰ ਕੋਈ ਸਾਡੀ ਮਦਦ ਕਰਨੀ ਚਾਹਦੇ ਜੇ ਤੇ ਉਹ ਕਰ ਦੇਵੋ, ਤੁਹਾਡੀ ਮਿਹਰਬਾਨੀ ਹੈ। ਬਾਦਸ਼ਾਹ ਨੇ ਕਿਹਾ ਵੀ ਮੈਂ ਇਨਸ਼ਾਅੱਲਾ ਜਿੰਨੇ ਜੋਗਾ ਹੋਇਆ ਤੁਹਾਡੀ ਮਦਦ ਕਰਾਂਗਾ। ਉਹਨਾਂ ਨੇ ਮੁਲਾਜ਼ਮਾਂ ਨੂੰ ਬੁਲਾਇਆ ਤੇ ਉਹਨਾਂ ਕਿਹਾ ਵੀ ਫਲਾਂ ਜੰਗਲ ਦੇ ਵਿੱਚ ਇੱਕ ਕੁੱਲੀ ਬਣਾਈ ਜਾਏ ਜਿੰਦੇ ਵਿੱਚ ਰਹਿਸ਼ੀ ਸਿਲਸਿਲਾ ਹੋਵੇ। ਤੇ ਉਸ ਬਾਦਸ਼ਾਹ ਨੂੰ ਕਿਹਾ ਵੀ ਤੁਸੀਂ ਆਪਣੀ ਬੀਵੀ ਜਿਹੜੀ ਏ, ਜਿੱਥੇ ਮੇਰੀਆਂ ਬੇਟੀਆਂ ਰਹਿੰਦੀਆਂ ਨੇ, ਜਿੱਥੇ ਸਾਡੇ ਸ਼ਾਹੀ ਔਰਤਾਂ ਨੇ, ਉੱਥੇ ਭੇਜ ਦੇਵੋ ਤੇ ਤੁਸੀਂ ਉਸ ਕੁੱਲੀ ਦੇ ਵਿੱਚ ਚਲੇ ਜਾਓ। ਉਸ ਬਾਦਸ਼ਾਹ ਨੂੰ 100 ਬੱਕਰੀ ਦਿੱਤੀ, ਕਿਹਾ ਵੀ ਤੁਸੀਂ ਜਾ ਕੇ ਤੇ ਉੱਥੇ ਆਪਣੀ ਜ਼ਿੰਦਗੀ ਬਸਰ ਕਰੋ ਤੇ ਉਹਨਾਂ ਚਿਰ ਤੁਸੀਂ ਪਿੱਛਾ ਨਹੀਂ ਆਉਣਾ ਜਿੰਨਾ ਚਿਰ ਇਹਨਾਂ ਬੱਕਰੀਆਂ ਦੇ ਵਿੱਚ ਇਜ਼ਾਫਾ ਨਾ ਹੋਣ ਲੱਗ ਪਏ, ਤੇ ਜੇ ਬੱਕਰੀਆਂ ਦੇ ਵਿੱਚ ਘਾਟਾ ਹੁੰਦਾ ਰਿਹਾ ਤੇ ਫਿਰ ਤੁਸੀਂ ਉੱਥੇ ਹੀ ਰਹਿਣਾ। ਮਿਸਾਲ ਦੇ ਤੌਰ ਤੇ ਵੀ ਅਗਰ ਮੈਂ ਤੁਹਾਨੂੰ 100 ਬੱਕਰੀ ਦਿੱਤੀ ਏ ਤੇ ਇਹ 105 ਹੋ ਜਾਣ ਜਾਂ 110 ਹੋ ਜਾਣ, 15-20 ਹੋ ਜਾਣ ਤੇ ਫਿਰ ਤੁਸੀਂ ਵਾਪਸੀ ਇਖਤਿਆਰ ਕਰ ਦੇਣੀ ਹੈ।
ਲੇਕਿਨ ਅਗਰ ਇਹ ਬੱਕਰੀਆਂ ਤੁਸੀਂ ਉੱਥੇ ਲਿਜਾ ਕੇ ਰੱਖਦੇ ਜੇ ਤੇ 100 ਤੋਂ 90 80 70 ਤੇ ਥੱਲੇ ਨੂੰ ਜੰਮਣ ਲੱਗ ਪੈਣ ਤੇ ਤੁਸੀਂ ਉੱਥੇ ਹੀ ਰਹਿਣਾ, ਉਹਨਾਂ ਚਿਰ ਉੱਥੇ ਰਹਿਣਾ ਜਿੰਨਾ ਚਿਰ ਇਹਨਾਂ ਦੀ ਤਾਦਾਦ ਬੜੋਤਰੀ ਬੰਨੇ ਨਾ ਜਾਏ। ਉਹ ਬਾਦਸ਼ਾਹ 100 ਬੱਕਰੀ ਲੈ ਕੇ ਤੇ ਉੱਥੇ ਜੰਗਲ ਦੇ ਵਿੱਚ ਕੁੱਲੀ ਦੇ ਵਿੱਚ ਚਲਾ ਗਿਆ। ਜਿਹੜੇ ਇਹ ਬਾਦਸ਼ਾਹ ਸਲਾਮਤ ਸਨ, ਜਿਨ੍ਹਾਂ ਨੇ ਉਹਨਾਂ ਨੂੰ ਘੱਲਿਆ ਸੀ, ਉਹਨਾਂ ਕੁਝ ਬੰਦਿਆਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਇਹਨਾਂ ਨੂੰ ਖਾਣਾ ਪਹੁੰਚਾਉਣਾ ਹੈ ਤੇ ਹਾਲਾਤ ਤੋਂ ਮੈਨੂੰ ਜਿਹੜਾ ਹੈ ਆਗਾਹ ਕਰਦਿਆਂ ਰਹਿਣਾ। ਇਹ ਜਦੋਂ ਖਾਣਾ ਦੇਣ ਵਾਸਤੇ ਉੱਥੇ ਗਏ ਤੇ ਇਹਨਾਂ ਕਿਹਾ ਵੀ ਜਿਹੜੀ 100 ਬੱਕਰੀ ਤੁਸੀਂ ਦਿੱਤੀ ਸੀ ਉਹਦੇ ਵਿੱਚੋਂ 5 ਬੱਕਰੀਆਂ ਮਰ ਗਈਆਂ ਨੇ। ਦੂਸਰੇ ਦਿਨ ਫੇਰ ਗਏ, ਫੇਰ ਦੱਸਿਆ ਵੀ 2 ਬੱਕਰੀਆਂ ਹੋਰ ਮਰ ਗਈਆਂ ਨੇ। ਇਸ ਤਰ੍ਹਾਂ ਤਰਤੀਬ ਨਾਲ ਉਹ ਬੱਕਰੀਆਂ ਘਟਦੀਆਂ 10 ਰਹਿ ਗਈਆਂ। ਜਦੋਂ ਇਹਨਾਂ ਮੁਲਾਜ਼ਮਾਂ ਨੇ ਆਣ ਕੇ ਬਾਦਸ਼ਾਹ ਨੂੰ ਦੱਸਿਆ ਵੀ ਉਹ ਬੱਕਰੀਆਂ ਜਿਹੜੀਆਂ ਨੇ, ਜਿਹੜੀ 100 ਬੱਕਰੀ ਤੁਸੀਂ ਦਿੱਤੀ ਸੀ ਤੇ ਉਹ ਜਿਹੜੀ ਨਾ ਆਪਣੇ 10 ਰਹਿ ਗਈਆਂ। ਹੁਣ ਅਚਾਨਕ ਉਹ ਬਾਦਸ਼ਾਹ ਵੀ ਇਸ ਗੱਲ ਤੇ ਬੜਾ ਪਰੇਸ਼ਾਨ ਸੀ ਵੀ ਮੈਂ ਕੁੱਲੀ ਦੇ ਵਿੱਚ ਰਹਿਣਾ, ਬੱਕਰੀਆਂ ਦੀ ਖਿਦਮਤ ਵੀ ਕਰਨਾ ਤੇ ਬੱਕਰੀਆਂ ਘਾਟੇ ਬੰਨੇ ਜਾ ਰਹੀਆਂ ਨੇ। ਤੇ ਅਚਾਨਕ ਉਹ ਬੱਕਰੀਆਂ ਜਿਹੜੀਆਂ 10 ਸੀ, ਉਹਨਾਂ ਦੇ ਵਿੱਚੋਂ ਕੋਈ 2-4 ਬੱਕਰੀਆਂ ਜਿਹੜੀਆਂ ਨੇ ਉਹ ਹਾਮਲਾ ਸਨ। ਜਦੋਂ ਉਹਨਾਂ ਬੱਚੇ ਦਿੱਤੇ ਤੇ ਉਹ ਕੰਮ ਬੜੋਤਰੀ ਬੰਨੇ ਸ਼ੁਰੂ ਹੋ ਗਿਆ। 10 ਤੋਂ ਉਹਨਾਂ 20 ਬੱਕਰੀਆਂ ਹੋ ਗਈਆਂ, ਫਿਰ 30 40 50 ਹੋ ਗਈਆਂ, ਫਿਰ ਉਹ 100 ਬੱਕਰੀ ਪੂਰੀ ਹੋ ਗਈ। 100 ਤੋਂ ਬਾਅਦ ਫਿਰ ਜਦੋਂ 100 ਤੋਂ ਉੱਤੇ ਲੰਘਣ ਲੱਗ ਪਈ, 105 ਹੋ ਗਈਆਂ, 110 ਹੋ ਗਈਆਂ। ਜਦੋਂ ਇਸ ਬਾਦਸ਼ਾਹ ਨੂੰ ਇਤਲਾਹ ਮਿਲੀ ਵੀ ਉਹ ਮੇਰੇ ਦੋਸਤ ਦੀਆਂ ਬੱਕਰੀਆਂ ਜਿਹੜੀਆਂ ਨੇ 100 ਤੋਂ ਉੱਤੇ ਚਲੀਆਂ ਗਈਆਂ ਨੇ, ਉਹਨਾਂ ਮੁਲਾਜ਼ਮਾਂ ਨੂੰ ਕਿਹਾ ਵੀ ਉਸ ਬਾਦਸ਼ਾਹ ਨੂੰ ਕਹਿਣਾ ਵੀ ਹੁਣ ਵਾਪਸ ਆ ਜਾ। ਉਹ 110 15 ਬੱਕਰੀਆਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੂੰ ਲੈ ਕੇ ਤੇ ਵਾਪਸ ਆ ਗਿਆ। ਆਣ ਕੇ ਤੇ ਉਹਨੇ ਪੜਾਓ ਕੀਤਾ, ਉਹ ਬੱਕਰੀਆਂ ਜਿਹੜੀਆਂ ਨੇ ਉੱਥੇ ਉਹਨਾਂ ਖੜੀਆਂ ਕਰ ਦਿੱਤੀਆਂ। ਤੇ ਜਿਹੜਾ ਇਹ ਦੋਸਤ ਬਾਦਸ਼ਾਹ ਸੀ, ਇਸ ਨੇ ਉਹਨੂੰ ਕਿਹਾ ਵੀ ਤੁਸੀਂ ਹੁਣ ਆਪਦੇ ਮੁਲਕ ਦੇ ਵਿੱਚ ਚਲੇ ਜਾਓ। ਤੇ ਜਦੋਂ ਉਹਨਾਂ ਨੂੰ ਰੁਖਸਤ ਕੀਤਾ, ਉਹਨਾਂ ਨੂੰ ਘੋੜੇ ਦਿੱਤੇ, ਉਹਨਾਂ ਨੂੰ ਬੱਕਰੀਆਂ ਤੇ ਗਾਵਾਂ ਦਿੱਤੀਆਂ, ਉਹਨਾਂ ਨੂੰ ਪੈਸਿਆਂ ਦੇ ਨਾਲ ਨਵਾਜ਼ਿਆ ਤੇ ਹੀਰੋ ਜਵਾਹਰਾਤ ਜਿਹੜੇ ਨੇ ਉਹਨਾਂ ਨੇ ਇਨਾਮਾਤ ਦੇ ਤੌਰ ਤੇ ਦਿੱਤੇ। ਤੇ ਜਾਣ ਲੱਗਿਆ ਇਸ ਦੋਸਤ ਨੇ ਆਪਣੇ ਬਾਦਸ਼ਾਹ ਨੂੰ ਕਿਹਾ ਵੀ ਮੈਨੂੰ ਇੰਨਾ ਚਿਰ ਜਿਹੜਾ ਤੂੰ ਜੰਗਲ ਦੇ ਵਿੱਚ ਰੋਲਿਆ, ਇਹਦਾ ਕੀ ਮਕਸਦ ਸੀ? ਤੂੰ ਮੈਨੂੰ ਇਹ ਆਂਦੇ ਨਾਲ ਹੀ ਅਗਰ ਇੰਨੀ ਮੇਰੀ ਮਦਦ ਕਰ ਦੇਵੇਂ ਤੇ ਮੇਰੇ ਕੰਮ ਆ ਜਾਂਦੀ ਤੇ ਮੈਂ ਟਾਈਮ ਨਾਲ ਵਾਪਸ ਚਲਾ ਜਾਂਦਾ। ਉਸ ਨੇ ਕਿਹਾ ਜਦੋਂ ਅੱਲਾਹ ਵੱਲੋਂ ਹਾਲਾਤ ਤੰਗ ਹੋਵਣ, ਫਿਰ ਕੋਈ ਵੀ ਅਸੀਂ ਕੰਮ ਕਰਾਂਗੇ ਤੇ ਉਹ ਘਾਟੇ ਵੱਲ ਨਹੀਂ ਜਾਏਗਾ। ਮੈਂ ਉੱਥੇ ਘੱਲ ਕੇ ਤੈਨੂੰ ਇਹ ਵੇਖਣਾ ਚਾਹੁੰਦਾ ਸਾਂ ਵੀ ਤੇਰਾ ਕੰਮ ਘਾਟੇ ਬੰਨਿਆ ਕਿ ਵਾਧੇ ਬੰਨਿਆ। ਹੁਣ ਤੇਰੀਆਂ ਬੱਕਰੀਆਂ ਜਦੋਂ ਵਧਣ ਲੱਗ ਪਈਆਂ ਨੇ ਤੇ ਮੈਨੂੰ ਇਹ ਪਤਾ ਲੱਗ ਗਿਆ ਵੀ ਅੱਲਾਹ ਦੀ ਤਰਫੋਂ ਜਿਹੜੀ ਸਖਤੀ ਆਈ ਸੀ ਉਹ ਖਤਮ ਹੋ ਗਈ ਤੇ ਹੁਣ ਤੇਰਾ ਕੰਮ ਇਨਸ਼ਾਅੱਲਾ ਬੜੋਤਰੀ ਬਣੇ ਜਾ ਰਿਹਾ ਹੈ ਤੇ ਵਾਧਾ ਜਾ ਰਿਹਾ ਹੈ। ਇਸ ਵਾਸਤੇ ਜਦੋਂ ਤੁਹਾਨੂੰ ਕੋਈ ਤੰਗੀ ਤਕਲੀਫ ਹੋਵੇ ਤੇ ਉਹਦੇ ਵਿੱਚ ਅੱਲਾਹ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਉਹਦੇ ਵਿੱਚ ਕੋਈ ਐਵੇਂ ਨਹੀਂ ਕੰਮ ਕਰਦੇ ਰਹਿਣਾ ਚਾਹੀਦਾ। ਹਰ ਕੰਮ ਦੇ ਵਿੱਚ ਘਾਟਾ ਲਿਖਿਆ ਹੁੰਦਾ ਹੈ। ਇਸ ਵਾਸਤੇ ਤੁਸੀਂ ਜਦੋਂ ਤੰਗੀ ਤਕਲੀਫ 'ਚ ਆਓ ਤੇ ਜਿਹੜਾ ਹੈ ਨਾ ਆਪਣਾ ਉਹ ਅੱਲਾਹ ਕੋਲੋਂ ਮਾਫੀ ਮੰਗੋ ਤੇ ਫਿਰ ਜਦੋਂ ਹਾਲਾਤ ਬਿਹਤਰ ਹੋ ਜਾਣ ਤੇ ਫਿਰ ਕੋਈ ਨਵਾਂ ਕੰਮ ਸ਼ੁਰੂ ਕਰਿਆ ਕਰੋ। ਅਸਲਾਮ ਵਾਲੇਕੁਮ ਵਰਹਿਮਤੁल्लाह।